ਤੁਸੀਂ ਸਾਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ, ਤੁਸੀਂ ਸਾਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ, ਪਰ ਅਸੀਂ ਚਾਰਾਂ ਨੇ ਆਪਣਾ ਆਪਣਾ ਗੁਣ ਦੱਸ ਦਿੱਤਾ। ਅਸੀਂ ਚਾਰਾਂ ਨੇ ਆਪਣੇ ਆਪਣੇ ਗੁਣ ਦਾ ਹੁਨਰ ਦਿਖਾ ਦਿੱਤਾ। ਤੁਸੀਂ ਦੇਖ ਵੀ ਲਿਆ, ਹੁਣ ਤੁਸੀਂ ਵੀ ਸਾਡੇ ਸਰਦਾਰ ਹੋ। ਹੁਣ ਤੁਸੀਂ ਆ ਜਿਹੜਾ ਨਾ ਤੁਹਾਡਾ ਗੁਣ ਹੈ ਉਹ ਵੀ ਦਿਖਾ ਦਿਓ, ਮਾੜੀ ਹਿਲਾ ਦਿਓ ਦਾੜੀ ਨੂੰ ਫਿਰ, ਤਾਂ ਕਿ ਜਿਹੜੀ ਸਾਡੀ ਸਜ਼ਾ ਮਾਫ ਹੋ ਜਾਵੇ। ਕਿਉਂਕਿ ਤੁਸੀਂ ਕਹਿੰਦੇ ਸੀ ਨਾ ਮੇਰੇ ਜੇ ਗੁਣ ਹੈ। ਹੁਣ ਵਕਤ ਆ ਗਿਆ ਕਿ ਮਾਰੇ ਮੈਂ ਪਛਾਣ ਲਿਆ ਤੁਹਾਨੂੰ, ਰਾਤੀ ਤੁਸੀਂ ਸਾਡੇ ਨਾਲ ਸੀਗੇ ਔਰ ਤੁਹਾਡਾ ਇਹ ਗੁਣ ਹੈ, ਹੁਣ ਕਰੋ ਇਹਨੂੰ ਬਾਹਰ। ਤਾਂ ਮਹਿਮੂਦ ਨੇ ਕਿਹਾ ਮੈਂ ਬਾਹਰ ਕਰੂੰਗਾ ਗੁਣ ਆਪਣਾ, ਯਾਨੀ ਮੈਂ ਵੀ ਇਹ ਗੁਣ ਦਿਖਾਊਂਗਾ ਤੁਹਾਨੂੰ, ਪਰ ਪਹਿਲਾਂ ਇੱਕ ਵਾਅਦਾ ਕਰੋ ਕਿ ਇਹ ਜਿਹੜੇ ਤੁਹਾਡੇ ਗੁਣ ਹੈ, ਇਹ ਜਿਹੜੀਆਂ ਤੁਹਾਡੀਆਂ ਖੂਬੀਆਂ ਜੋ ਪ੍ਰਮਾਤਮਾ ਨੇ ਤੁਹਾਨੂੰ ਦਿੱਤੀਆਂ ਹੈ, ਅੱਜ ਤੱਕ ਤੁਸੀਂ ਇਹਦਾ ਦੁਰਉਪਯੋਗ ਕੀਤਾ ਹੈ ਦੂਜਿਆਂ ਦੇ ਘਰਾਂ ਨੂੰ ਲੁੱਟਣ ਵਾਸਤੇ, ਦੂਜਿਆਂ ਦੇ ਘਰਾਂ ਨੂੰ ਲੁੱਟਣ ਵਾਸਤੇ, ਦੂਜਿਆਂ ਦੇ ਧਨ ਨੂੰ ਚੋਰੀ ਕਰਨ ਵਾਸਤੇ, ਯਾਨੀ ਇਹਨਾਂ ਗੁਣਾਂ ਦਾ ਤੁਸੀਂ ਦੁਰਉਪਯੋਗ ਕੀਤਾ ਹੈ। ਪਹਿਲਾਂ ਵਚਨ ਕਰੋ ਕਿ ਅੱਜ ਤੋਂ ਇਹ ਗੁਣਾਂ ਦਾ ਸਦਉਪਯੋਗ ਕਰੋਗੇ, ਜਨਤਾ ਦੀ, ਇਹ ਮੇਰੇ ਰਾਜਿਆਂ ਦੀ, ਸਮਾਜ ਦੀ ਭਲਾਈ ਵਾਸਤੇ ਇਹਨਾਂ ਗੁਣਾਂ ਦਾ ਉਪਯੋਗ ਕਰੋਗੇ ਤਾਂ ਤੁਹਾਨੂੰ ਮਾਫ ਵੀ ਕਰੂੰਗਾ, ਤਾਂ ਤੁਹਾਨੂੰ ਆਪਣੇ ਦਰਬਾਰ 'ਚ ਮੈਂ ਸਰਕਾਰੀ ਅਹੁਦਾ ਵੀ ਦਊਂਗਾ। ਹੁਣ ਉਹਨਾਂ ਨੂੰ ਹੋਰ ਕੀ ਚਾਹੀਦਾ ਸੀ? ਕਿੱਥੇ ਚੋਰਾਂ ਵਾਲੀ ਜ਼ਿੰਦਗੀ ਸੀ ਤਾਂ ਕਿੱਥੇ ਹੁਣ ਦਰਬਾਰ ਦੇ ਵਿੱਚ ਇੱਕ ਸੈਨਿਕ ਦੀ ਜ਼ਿੰਦਗੀ ਮਿਲ ਜਾਣੀ। ਤਾਂ ਉਹਨਾਂ ਨੇ ਫਿਰ ਕਿਹਾ ਠੀਕ ਹੈ ਬਾਦਸ਼ਾਹ, ਅਸੀਂ ਵਚਨ ਕਰਦੇ ਹਾਂ ਕਿ ਅੱਜ ਤੋਂ ਅਸੀਂ ਇਹ ਰਾਜਿਆਂ ਦੇ ਔਰ ਆਪਣੇ ਬਾਦਸ਼ਾਹ ਦੇ ਵਫਾਦਾਰ ਰਵਾਂਗੇ। ਫਿਰ ਉਸ ਦਿਨ ਤੋਂ ਕਹਿੰਦੇ ਹੈ ਉਹ ਚਾਰੇ ਮਹਿਮੂਦ ਨਾਲ ਰਹਿ ਕੇ ਉਹਨਾਂ ਨੇ ਆਪਣੇ ਗੁਣਾਂ ਦਾ ਸਦਉਪਯੋਗ ਕਰਨਾ ਸ਼ੁਰੂ ਕੀਤਾ, ਕਿਉਂਕਿ ਮਹਿਮੂਦ ਨੇ ਕਿਹਾ ਤੈਨੂੰ ਜਾਨਵਰਾਂ ਦੀ ਭਾਸ਼ਾ ਆਉਂਦੀ ਹੈ, ਤੂੰ ਸੁਣ ਕੇ ਦੱਸ ਕਿ ਕੋਈ ਦੁਸ਼ਮਣ ਹਮਲਾ ਕਰਨ ਵਾਲਾ ਹੈ। ਕਈ ਵਾਰ ਜਾਨਵਰਾਂ ਦੀ ਕੋਈ ਬੋਲੀ ਹੁੰਦੀ ਹੈ, ਜਿੱਥੇ ਤੈਨੂੰ ਲੱਗਦਾ ਕਿ ਜਾਨਵਰ ਕੁਝ ਐਸਾ ਬੋਲ ਰਹੇ ਜੋ ਦੇਸ਼ ਵਾਸਤੇ ਬੁਰਾ ਹੈ, ਦੱਸ ਤਾਂ ਕਿ ਉਹਦਾ ਇੰਤਜ਼ਾਮ ਕੀਤਾ ਜਾਵੇ। ਤਾਂ ਜਿੱਥੇ ਕੋਈ ਲੱਗਦਾ ਕੋਈ ਜਾਨਵਰ ਇਦਾਂ ਦੀ ਗੱਲ ਬੋਲ ਰਹੇ ਜਿਸ ਦੇਸ਼ ਦਾ ਭਲਾ, ਉਹ ਕੰਮ ਅਸੀਂ ਕਰ ਸਕੀਏ। ਔਰ ਜਿਹੜਾ ਖਜ਼ਾਨੇ ਦੀ ਦ੍ਰਿਸ਼ਟੀ ਵਾਲਾ ਸੀ ਉਹਨੂੰ ਕਿਹਾ ਕਿ ਭਾਈ ਤੂੰ ਇਹ ਖਿਆਲ ਰੱਖਣਾ ਹੈ ਕਿ ਜ਼ਮੀਨ 'ਚ ਜਿੱਥੇ ਤੈਨੂੰ ਖਜ਼ਾਨਾ ਨਜ਼ਰ ਆਵੇ ਦੱਸ, ਤਾਂ ਕਿ ਉਹ ਖਜ਼ਾਨੇ ਦਾ ਉਪਯੋਗ ਅਸੀਂ ਜਨਤਾ ਦੀ, ਇਹ ਰਾਜਿਆਂ ਦੀ ਭਲਾਈ ਵਾਸਤੇ ਕਰ ਸਕੀਏ। ਯਾਨੀ ਗੁਣ ਸੀ ਉਹਨਾਂ ਦੇ ਅੰਦਰ, ਪਰ ਉਹਨਾਂ ਨੂੰ ਜਦ ਤੱਕ ਸਹੀ ਸੰਗਤ ਨਹੀਂ ਮਿਲੀ ਸੀ ਉਹਨਾਂ ਦੇ ਜੀਵਨ 'ਚ ਬਦਲਾਵ ਨਹੀਂ ਆਇਆ। ਹੁਣ ਇਹੀ ਕਹਾਣੀ ਤੋਂ ਕੀ ਪਤਾ ਲੱਗਦਾ ਕਿ ਪ੍ਰਮਾਤਮਾ ਨੇ ਗੁਣ ਸਾਡੇ ਸਾਰਿਆਂ ਅੰਦਰ ਰੱਖੇ ਹੁੰਦੇ ਆ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਸਾਨੂੰ ਇੱਕ ਘਟਨਾ ਅਸੀਂ ਸੁਣ ਰਹੇ ਸੀ ਕਿ 1887 ਦੀ ਗੱਲ ਹੈ ਕਿ ਇੱਕ ਚਿੱਤਰਕਾਰ ਸੀ, ਪੇਂਟਰ ਸੀ, ਅਮਰੀਕਾ ਦੀ ਗੱਲ ਹੈ ਇਹ, ਕਿ 1887 ਜੋ ਫੜਿਆ ਕਿੱਦਾਂ ਗਿਆ? $20 ਦੇ ਨਕਲੀ ਨੋਟ ਬਣਾਉਣ ਦੇ ਵਿੱਚ ਉਹ ਪਕੜਿਆ ਗਿਆ। ਹੁਣ ਜਰਾ ਧਿਆਨ ਦੇਣ ਵਾਲੀ ਗੱਲ ਹੈ, $20 ਦੇ ਨਕਲੀ ਨੋਟ ਉਹ ਇੰਨੇ ਸਫਾਈ ਨਾਲ ਬਣਾਉਂਦਾ ਸੀ, ਪੇਂਟ ਕਰ ਕਰਕੇ, ਕਿ ਕੋਈ ਪਹਿਚਾਣ ਹੀ ਨਹੀਂ ਸਕਦਾ ਸੀ ਕਿ ਇਹ ਅਸਲੀ ਹੈ ਜਾਂ ਨਕਲੀ। ਜਿੱਦਾਂ ਕਈ ਆਰਟਿਸਟ ਹੁੰਦੇ ਨਾ ਚਾਵਲ ਦੇ ਦਾਣਿਆਂ ਤੇ ਨਾਮ ਲਿਖ ਦਿੰਦੇ ਹੈ, ਕਈ ਬੜਾ ਉਹ ਕਾਗਜ਼ ਤੇ ਇੰਨਾ ਹੂਬਹੂ ਹੱਥ ਨਾਲ ਪੇਂਟਿੰਗ ਕਰ ਦਿੰਦਾ ਸੀ ਕਿ ਕੋਈ ਪਹਿਚਾਣ ਹੀ ਨਹੀਂ ਸਕਦਾ ਸੀ ਕਿ ਨੋਟ ਅਸਲੀ ਹੈ ਜਾਂ ਨਕਲੀ। ਪਰ ਕਹਿੰਦੇ ਪਤਾ ਕਿੱਦਾਂ ਲੱਗਾ? ਇੱਕ ਦਿਨ ਗਰੋਸਰੀ ਸਟੋਰ ਵਿੱਚ, ਯਾਨੀ ਕਰਿਆਨਾ ਸਟੋਰ ਵਿੱਚ ਸਮਾਨ ਖਰੀਦਣ ਗਿਆ ਔਰ ਉੱਥੇ ਉਹਨਾਂ ਸਲਗਮ ਲੈਣੇ ਸੀ, ਔਰ ਉਸ ਸਟੋਰ ਦੇ ਮਾਲਿਕ ਨੇ ਜਦੋਂ ਸਲਗਮ ਦਿੱਤੇ ਉਹ ਗਿੱਲੇ ਸੀਗੇ। ਹੁਣ ਉਹ ਦੇਣ ਤੋਂ ਬਾਅਦ ਜਦੋਂ ਗਿੱਲੇ ਹੱਥਾਂ ਨਾਲ ਉਹ ਨੋਟ ਫੜਿਆ ਤਾਂ ਉਹ ਰੰਗ ਉਹਦੇ ਹੱਥਾਂ ਨੂੰ ਲੱਗਾ। ਉਹ ਕਹਿੰਦੇ ਗਾਹਕ ਸਾਡਾ ਬੜਾ ਪੁਰਾਣਾ ਆ, ਨਕਲੀ ਨੋਟ ਤਾਂ ਹੋ ਨਹੀਂ ਸਕਦਾ ਕਿਉਂਕਿ ਇਹ ਤੇ ਭਰੋਸਾ ਹੈ, ਇੰਨੇ ਸਾਲਾਂ ਤੋਂ ਸਾਡੇ ਨਾਲ ਜੁੜਿਆ ਹੈ ਔਰ ਦੇਖਣ ਨੂੰ ਵੀ ਅਸਲੀ ਲੱਗਦਾ। ਪਰ $20 ਉਸ ਵੇਲੇ ਬਹੁਤ ਬੜੀ ਇੱਕ ਸਮਝ ਲਓ ਕਰੰਸੀ ਹੁੰਦੀ ਸੀ, ਕਿਉਂਕਿ 1800 ਸਾਲ ਦੇ ਵਿੱਚ $20 ਬਹੁਤ ਬੜੀ ਕਰੰਸੀ ਹੁੰਦੀ ਸੀ। ਉਹ ਕਹਿੰਦੇ ਹੁਣ ਸ਼ੱਕ ਵੀ ਹੁੰਦਾ ਹੈ, ਭਰੋਸਾ ਵੀ ਹੈ ਤੇ ਕਿ ਨਕਲੀ ਤਾਂ ਦੇ ਨਹੀਂ ਸਕਦਾ, ਪਰ ਫਿਰ ਵੀ ਇਹ ਰੰਗ ਉਤਰ ਰਿਹਾ ਹੈ। ਹੁਣ ਉਹ ਤਾਂ ਚਲਾ ਗਿਆ, ਗੁਆਂਢ 'ਚ ਹੀ ਰਹਿੰਦਾ ਸੀ, ਉਹਨਾਂ ਨੇ ਪੁਲਿਸ ਨੂੰ ਬੁਲਾਇਆ। ਹੁਣ ਪੁਲਿਸ ਦਾ ਜਿਹੜਾ ਥਾਣੇਦਾਰ ਸੀ ਉਹ ਵੀ ਉਹਨੂੰ ਜਾਣਦਾ ਸੀ, ਕਹਿੰਦਾ ਵੀ ਲੱਗਦਾ ਤਾਂ ਹੈ ਨਹੀਂ, ਪਰ ਫਿਰ ਵੀ ਸ਼ਿਕਾਇਤ ਆਈ ਤਾਂ ਇੱਕ ਵਾਰ ਮੈਨੂੰ ਪੁੱਛਗਿੱਛ ਕਰਨੀ ਪੈਣੀ ਹੈ। ਕਹਿੰਦੇ ਜਦੋਂ ਪੁੱਛਗਿੱਛ ਕੀਤੀ ਤਾਂ ਜਾ ਕੇ ਦੇਖਿਆ ਤਾਂ ਵਾਕਈ ਉਹਦੇ ਨਾ ਥੱਲੇ ਸਟੋਰ ਵਿੱਚ ਨਕਲੀ ਨੋਟ ਉਹਨੇ ਹੱਥਾਂ ਨਾਲ ਤਿਆਰ ਕਰ ਕਰਕੇ ਕੀਤੇ। ਪਰ ਸਭ ਤੋਂ ਬੜੀ ਹੈਰਾਨੀ ਦੀ ਗੱਲ ਇਹ ਕਿ ਉਹ ਇੰਨਾ ਜ਼ਬਰਦਸਤ ਪੇਂਟਰ ਸੀ ਕਿ ਪੁਲਿਸ ਨੂੰ ਉਹਦੀਆਂ 5 ਪੇਂਟਿੰਗਾਂ ਮਿਲੀਆਂ ਜਿਹੜੀਆਂ ਉਹਨੇ ਬਣਾਈਆਂ ਸੀ, ਔਰ ਇੱਕ ਪੇਂਟਿੰਗ $5000 ਦੀ ਵਿਕੀ। ਇੱਕ ਪੇਂਟਿੰਗ ਕਿੰਨੇ ਡਾਲਰ ਦੀ ਵਿਕੀ? $5000 ਦੀ ਇੱਕ ਪੇਂਟਿੰਗ ਵਿਕੀ। ਤਾਂ ਉੱਥੇ ਲਿਖਣ ਚ ਆਇਆ ਹੈ ਕਿ ਉਹਦੇ ਅੰਦਰ ਇੰਨੀ ਕੁਆਲਿਟੀ ਸੀ ਕਿ ਉਹ $1 ਯਾਨੀ $20 ਦੇ ਨੋਟ ਨੂੰ ਬਣਾਉਣ ਵਾਸਤੇ ਜਿੰਨੇ ਘੰਟੇ ਮਿਹਨਤ ਕਰਦਾ ਸੀ, ਉਹ 19 ਦੇਰ 'ਚ ਅਗਰ ਪੇਂਟਿੰਗ ਬਣਾਉਂਦਾ ਤਾਂ 5000 ਦੀ ਇੱਕ ਪੇਂਟਿੰਗ ਤਿਆਰ ਕਰ ਸਕਦਾ ਸੀ। ਪਰ ਉਹਨੇ ਉਹਦਾ ਸਦਉਪਯੋਗ ਗੁਣ ਦਾ ਕਰਨ ਦੀ ਬਜਾਏ ਦੁਰਉਪਯੋਗ ਕਰਨ ਵਿੱਚ ਲਾਇਆ। ਕਹਿੰਦੇ ਬਾਅਦ 'ਚ ਉਹਨੂੰ ਜਿਸਲੇ ਜੇਲ੍ਹ ਹੋਈ ਨਾ, ਔਰ ਪਤਾ ਲੱਗਾ ਮੇਰੀ ਪੇਂਟਿੰਗ ਇੰਨੀ ਮਹਿੰਗੀ ਵਿਕੀ, ਤਾਂ ਕਿਸੇ ਨੇ ਉਹਨੂੰ ਪੁੱਛਿਆ, ਜਵਾਬ ਦਿੱਤਾ, ਜਦੋਂ ਪੁੱਛਿਆ ਕਿ ਸਭ ਤੋਂ ਬੜਾ
ਨੁਕਸਾਨ ਤੁਹਾਨੂੰ ਕਾਹਦਾ ਹੋਇਆ? ਉਹ ਕਹਿੰਦੇ ਸਭ ਤੋਂ ਵੱਡਾ ਨੁਕਸਾਨ ਤਾਂ ਮੈਨੂੰ ਆਪਣੇ ਆਪ ਦਾ ਹੀ ਹੋਇਆ ਕਿ ਮੇਰੇ ਅੰਦਰ ਜੋ ਕੁਆਲਿਟੀ ਸੀ ਇਹਨੂੰ ਮੈਂ $20 ਦੀ ਤਰਫ ਲਾਤਾ। ਕਾਸ਼ ਮੈਂ 5000 ਦੀ ਪੇਂਟਿੰਗ ਬਾਰੇ ਸੋਚਣਾ, ਤਾਂ ਫਿਰ $20 ਬਣਾਉਣ ਤੇ ਜਿੰਨੀ ਮਿਹਨਤ ਕਰਦਾ ਸੀ, ਮੈਂ ਇੱਕ 5000 ਦੀ ਪੇਂਟਿੰਗ ਬਣਾ ਕੇ ਵੇਚ ਕੇ ਕਿੰਨਾ ਮੈਂ ਅਮੀਰ ਵੀ ਹੋ ਸਕਦਾ ਸੀ, ਫੇਮਸ ਵੀ ਹੋ ਸਕਦਾ ਸੀ, ਔਰ ਅੱਜ ਮੈਨੂੰ ਉੱਚੀ ਪਦਵੀ, ਕੋਈ ਇੱਜ਼ਤ ਵੀ ਮਿਲਣੀ ਸੀ ਕਿ ਅੱਛਾ ਆਰਟਿਸਟ ਹੈ। ਸੋ ਉਹ ਕਹਾਣੀਆਂ ਤੋਂ ਕੀ ਪਤਾ ਲੱਗਦਾ ਹੈ ਕਿ ਕਈ ਵਾਰ ਗੁਣ ਤਾਂ ਸਾਡੇ ਅੰਦਰ ਹੁੰਦੇ, ਪਰ ਅਸੀਂ ਉਹਨਾਂ ਗੁਣਾਂ ਨੂੰ ਗਲਤ ਪਾਸੇ ਲਾ ਦਿੰਦੇ ਆ, ਜਿਹਦੇ ਕਰਕੇ ਇੱਜ਼ਤ ਵੀ ਜਾਂਦੀ ਹੈ, ਗੁਣ ਵੀ ਵਿਅਰਥ ਹੋ ਜਾਂਦੇ ਹੈ, ਔਰ ਅਸੀਂ ਆਪਣੇ ਜੀਵਨ 'ਚ ਦੁਖੀ, ਨਿਰਾਸ਼, ਪਰੇਸ਼ਾਨ ਹੋ ਕੇ ਬਹਿ ਜਾਂਦੇ ਹਾਂ। ਪਰ ਅਗਰ ਅਸੀਂ ਆਪਣੇ ਉਹਨਾਂ ਗੁਣਾਂ ਦਾ ਸਦ ਉਪਯੋਗ ਕਰੀਏ, ਜਿੱਦਾਂ ਦੱਸਿਆ ਕਿ ਹਰ ਇਨਸਾਨ ਅੰਦਰ ਪ੍ਰਮਾਤਮਾ ਨੇ ਗੁਣ ਰੱਖੇ ਹੋਏ ਹੈ, ਪਰ ਇਹ ਦੇਖੋ ਕਿ ਮੈਂ ਆਪਣੇ ਗੁਣਾਂ ਦਾ ਸਹੀ ਉਪਯੋਗ ਕਰ ਰਿਹਾ ਕਿ ਨਹੀਂ? ਬੋਲੋ, ਸਮਝਦੇ ਹੋ ਕਿ ਨਹੀਂ? ਜੇ ਤੁਹਾਡੇ ਕੋਲ ਬੁੱਧੀ ਹੈ ਤਾਂ ਤੁਸੀਂ ਬੁੱਧੀ ਇਸ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ, ਕਿੱਦਾਂ ਕਿਸੇ ਨੂੰ ਠੱਗਿਆ ਜਾਵੇ, ਕਿੱਦਾਂ ਕਿਸੇ ਨੂੰ ਲੁੱਟਿਆ ਜਾਵੇ, ਤਾਂ ਤੁਸੀਂ ਬੁੱਧੀ ਇਸ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ, ਮੈਂ ਐਸੀ ਕਿਹੜੀ ਚੀਜ਼ ਕਰ ਸਕਦਾ ਜਿਸ ਨਾਲ ਸਮਾਜ ਨੂੰ ਫਾਇਦਾ ਹੋਵੇ। ਔਰ ਦੇਖੋ ਅੱਜ ਕਾਮਯਾਬ ਕੌਣ ਹੈ? ਜੇ ਐਡੀਸਨ ਨੇ ਬੱਲਬ ਦੀ ਖੋਜ ਕੀਤੀ ਤਾਂ ਉਹਨੇ ਆਪਣੀ ਬੁੱਧੀ ਨੂੰ ਕਿੱਧਰ ਲਾਇਆ ਕਿ ਅੰਧੇਰਾ ਬਹੁਤ ਹੈ, ਮੈਂ ਕੁਝ ਐਸੀ ਖੋਜ ਕਰਾਂ ਜਿਹਦੇ ਨਾਲ ਚਾਰੋਂ ਪਾਸੇ ਪ੍ਰਕਾਸ਼ ਹੋ ਸਕੇ। ਉਹਨੇ ਆਪਣੀ ਅਕਲ ਨੂੰ, ਆਪਣੀ ਸਮਝ ਨੂੰ ਅੱਛੇ ਪਾਸੇ ਲਾਇਆ, ਤਾਂ ਅੱਜ ਦੁਨੀਆ ਤੇ ਉਹਦਾ ਨਾਮ ਵੀ ਹੈ ਔਰ ਉਹ ਕਰਮ ਵੀ ਹੈ ਜਿਨ੍ਹਾਂ ਸੰਸਾਰ ਨੂੰ ਪ੍ਰਕਾਸ਼ ਮਿਲ ਰਿਹਾ ਹੈ, ਫਾਇਦਾ ਹੋ ਰਿਹਾ ਹੈ। ਯਾਨੀ ਛੋਟੀਆਂ ਚੀਜ਼ਾਂ ਬਾਰੇ ਤੁਸੀਂ ਸੋਚ ਸਕਦੇ ਹੋ ਕਿ ਮੈਂ ਐਸਾ ਕੀ ਕਰਾਂ, ਐਸਾ ਕਿਹੜਾ ਗੁਣ ਹੈ ਮੇਰੇ ਅੰਦਰ ਜਿਹਨੂੰ ਮੈਂ ਵਧਾਵਾਂ ਤਾਂ ਕਿ ਮੇਰੇ ਜੀਵਨ 'ਚ ਵੀ ਖੁਸ਼ੀਆਂ ਆਉਣ, ਤਾਂ ਮੈਂ ਦੂਜਿਆਂ ਦੇ ਜੀਵਨ 'ਚ ਵੀ ਖੁਸ਼ੀਆਂ ਲਿਆ ਸਕਾਂ। ਇਸ ਲਈ ਇੱਥੇ ਇੱਕ ਗੱਲ ਯਾਦ ਰੱਖਣਾ ਕਿ ਹਰ ਇਨਸਾਨ ਅੰਦਰ ਗੁਣ ਵੀ ਹੈ, ਅਵਗੁਣ ਵੀ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਪਰ ਸਫਲ ਇਨਸਾਨ ਕੀ ਕਰਦਾ ਹੈ? ਸਫਲ ਇਨਸਾਨ ਉਹ ਹੁੰਦਾ ਹੈ ਜਿਹੜਾ ਆਪਣੇ ਅਵਗੁਣਾਂ ਨੂੰ ਮਿਟਾਉਣ ਦੀ ਔਰ ਆਪਣੇ ਸਦਗੁਣਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਅੱਜ ਤੋਂ ਅਸੀਂ ਵੀ ਇਹ ਚੀਜ਼ ਨੂੰ ਸਮਝ ਲਈਏ ਕਿ ਠੀਕ ਹੈ, ਮੇਰੇ ਅੰਦਰ ਕਮੀਆਂ ਵੀ ਹੈ ਔਰ ਮੇਰੇ ਅੰਦਰ ਖੂਬੀਆਂ ਵੀ ਹੈ, ਪਰ ਅੱਜ ਤੋਂ ਮੈਂ ਸਟੈਪ ਕੀ ਉਠਾਣਾ ਕਿ ਆਪਣੇ ਅਵਗੁਣਾਂ ਨੂੰ ਘਟਾਣਾ ਹੈ, ਤਾਂ ਆਪਣੇ ਅੰਦਰ ਦੀਆਂ ਖੂਬੀਆਂ ਨੂੰ ਮੈਂ ਵਧਾਉਣ ਦੀ ਕੋਸ਼ਿਸ਼ ਕਰਨੀ ਹੈ। ਜਿੱਦਾਂ ਇੱਕ ਕਿਸਾਨ ਕਰਦਾ ਹੈ ਨਾ, ਕਿ ਕਿਸਾਨ ਜਦੋਂ ਜ਼ਮੀਨ 'ਚ ਦੇਖਦਾ ਹੈ ਕਿ ਬੇਕਾਰ ਦੀ ਘਾਸ ਫੂਸ ਉੱਗੀ ਹੋਈ ਹੈ, ਤਾਂ ਹੁਣ ਉਹਦੀ ਕੋਸ਼ਿਸ਼ ਕੀ ਹੁੰਦੀ ਹੈ ਕਿ ਬੇਕਾਰ ਦੀ ਘਾਸ ਫੂਸ ਨੂੰ ਹਟਾਇਆ ਜਾਵੇ। ਜੋ ਬੇਕਾਰ ਦੀ ਘਾਸ ਫੂਸ ਹੈ, ਜੋ ਵਿਅਰਥ ਹੈ, ਇਹਨੂੰ ਹਟਾਇਆ ਜਾਵੇ ਔਰ ਇਹ ਖੇਤ ਦੇ ਅੰਦਰ ਉਹ ਅੱਛੀ ਫਸਲ ਬੀਜੀ ਜਾਵੇ ਜੋ ਮੈਨੂੰ ਲਾਭ ਦੇਣ ਵਾਲੀ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਕਿਉਂਕਿ ਕੰਮ ਤਾਂ ਦੋ ਹੀ ਹੋ ਸਕਦੇ ਹੈ, ਜਾਂ ਉਹ ਜ਼ਮੀਨ 'ਚੋਂ ਘਾਸ, ਬੇਕਾਰ ਦੀ ਘਾਸ ਫੂਸ ਉੱਗ ਸਕਦੀ ਹੈ, ਬੇਕਾਰ ਦੀ ਘਾਸ ਫੂਸ ਨਾਲ ਉਹ ਜ਼ਮੀਨ ਭਰ ਸਕਦੀ, ਜਾਂ ਫਿਰ ਅਸੀਂ ਥੋੜੀ ਜਿਹੀ ਮਿਹਨਤ ਕਰੀਏ ਤਾਂ ਉਹਦੇ ਅੰਦਰ ਕੁਝ ਐਸਾ ਉਗਾ ਦਈਏ ਜਿਹਦੇ ਨਾਲ ਸਾਨੂੰ ਜੀਵਨ 'ਚ ਲਾਭ ਹੋਵੇ। ਹੁਣ ਇਹੀ ਚੀਜ਼, ਇਹੀ ਪੁਆਇੰਟ ਤੁਸੀਂ ਵੀ ਆਪਣੇ ਅੰਦਰ ਯਾਦ ਰੱਖਣਾ ਹੈ ਕਿ ਜੇ ਉਸ ਮਾਲਿਕ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ, ਉਸ ਮਾਲਿਕ ਨੇ ਮੈਨੂੰ ਜੀਵਨ ਦਿੱਤਾ ਹੈ, ਤਾਂ ਫਿਰ ਮੈਂ ਦੇਖਣਾ ਹੈ ਕਿ ਜਿੱਦਾਂ ਦੱਸਿਆ ਕਿ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹਦੇ ਅੰਦਰ ਕੋਈ ਗੁਣ ਨਾ ਹੋਵੇ, ਪਰ ਅਸੀਂ ਆਪਣੇ ਗੁਣਾਂ ਦਾ ਹਮੇਸ਼ਾ ਸਦਉਪਯੋਗ ਕਰਨ ਦੀ ਕੋਸ਼ਿਸ਼ ਕਰਨੀ ਹੈ। ਆਪਣੀਆਂ ਖੂਬੀਆਂ ਦਾ ਸਦਉਪਯੋਗ ਕਰਨ ਦਾ ਮਤਲਬ ਕੀ ਹੈ ਕਿ ਜਿੱਥੇ ਉਹ ਕਰਮ ਹੁੰਦਾ ਹੈ ਜਿਹਦੇ ਨਾਲ ਸਮਾਜ ਦਾ ਵੀ ਭਲਾ ਹੋਵੇ ਤਾਂ ਮੈਨੂੰ ਵੀ ਖੁਸ਼ੀ ਮਿਲੇ, ਇਹ ਸਦਗੁਣ ਹੈ। ਤਾਂ ਜਿੱਥੇ ਬੰਦਾ ਸੋਚਦਾ ਮੈਨੂੰ ਖੁਸ਼ੀ ਮਿਲੇ, ਦੂਜੇ ਨੂੰ ਚਾਹੇ ਤਕਲੀਫ ਹੁੰਦੀ ਹੈ, ਦੂਜਾ ਚਾਹੇ ਰੋਵੇ, ਦੂਜਾ ਚਾਹੇ ਮਰੇ, ਦੂਜੇ ਨੂੰ ਚਾਹੇ ਜੋ ਮਰਜ਼ੀ ਤਕਲੀਫ ਹੋਵੇ, ਪਰ ਮੈਨੂੰ ਖੁਸ਼ੀ ਹੋਣੀ ਚਾਹੀਦੀ ਹੈ, ਇਹਦਾ ਮਤਲਬ ਇਹ ਕਿਤੇ ਨਾ ਕਿਤੇ ਉਹ ਅਵਗੁਣ ਹੈ ਕਿ ਜਿਹਨੂੰ ਸਾਨੂੰ ਖਤਮ ਕਰਨਾ ਚਾਹੀਦਾ ਜੀਵਨ ਦੇ ਅੰਦਰ, ਅਗਰ ਅਸੀਂ ਉਹ ਪਰਮਾਤਮਾ ਦੀ ਰਹਿਮਤ ਦੇ ਨੇੜੇ ਹੋਣਾ ਹੋਵੇ। ਔਰ ਇਹੀ ਕੰਮ ਫਕੀਰ ਦਾ ਹੈ, ਜਿਹਦੇ ਬਾਰੇ ਸੰਤ ਪਲਟੂ ਦੱਸਦੇ ਕਿ ਸੋਈ ਹੈ ਦਰਵੇਸ਼ ਜੋ ਰੂਹ ਕੀ ਕਰੇ ਸਫਾਈ। ਹੁਣ ਸਮਝ ਲਓ ਕਿ ਇੱਕ ਕਿਸਮ ਦਾ ਮਹਿਮੂਦ ਗਜਨਵੀ ਨੇ ਵੀ ਉਹਨਾਂ ਚੋਰਾਂ ਨੂੰ ਦਰਵੇਸ਼ ਬਣ ਕੇ ਉਹਦੇ ਅੰਦਰਲੀਆਂ ਕਮੀਆਂ ਨੂੰ ਦੂਰ ਕਰਕੇ ਉਹਨਾਂ ਦੇ ਗੁਣਾਂ ਨੂੰ ਸਦਗੁਣਾਂ ਵਿੱਚ ਬਦਲਿਆ। ਸਮਝਦੇ ਹੋ ਕਿ ਨਹੀਂ? ਹੁਣ ਜਿੱਦਾਂ ਸਮਝ ਲੈ ਇੱਕ ਬੰਦੇ ਨੂੰ ਅੱਛਾ ਲਿਖਣ ਦੀ ਇੱਕ ਨਾ ਕਲਾ ਹੈ, ਹੁਣ ਅੱਛਾ ਲਿਖਣਾ, ਉਹ ਬੁਰਾ ਵੀ ਅੱਛਾ ਲਿਖ ਸਕਦਾ ਹੈ ਕਿ ਬੁਰੇ ਦੇ ਵਿੱਚ ਵੀ ਅੱਛਾ ਲਿਖ ਸਕਦਾ ਹੈ। ਬੁਰੇ ਦੇ ਵਿੱਚ ਅੱਛਾ ਕਿਦਾ ਮਤਲਬ ਲੈ ਵੀ ਇਹ ਬੰਦਾ ਬੁਰਾ ਲਿਖਦਾ ਹੈ, ਪਰ ਲਿਖਦਾ ਇੰਨਾ ਅੱਛਾ ਹੈ ਕਿ ਇਹ ਤੋਂ ਜ਼ਿਆਦਾ ਬੁਰਾ ਕੋਈ ਲਿਖ ਨਹੀਂ ਸਕਦਾ। ਤਾਂ ਹੁਣ ਜੇ ਉਹਦੇ ਅੰਦਰ ਕੁਆਲਿਟੀ ਹੈ ਅੱਛਾ ਲਿਖਣ ਦੀ, ਤਾਂ ਬੁਰਾ ਲਿਖ ਕੇ ਕਿਉਂ ਦੁਨੀਆ ਤੇ ਆਪਣੀ ਤਸਵੀਰ ਬੁਰੀ ਬਣਾਣੀ? ਫਿਰ ਤਾਂ ਅੱਛਾ ਲਿਖੀਏ ਤਾਂ ਕਿ ਦੁਨੀਆ ਤੇ ਸਾਡੀ ਅੱਛੀ ਤਸਵੀਰ ਬਣੇ। क्योंकि जिस तरह ही कई बार दसीदा ना कि एक कागज कूड़ेदान में फेंका और एक मंदिर में सजाया जाता है। एक कागज कूड़ेदान में फेंका और एक मंदिर में सजाया जाता है। ये तो अपनी अपनी करनी है, जो जैसा कर्म करता है वैसा ही फल
ਪਾਤਾ ਹੈ। ਹੁਣ ਕਿਹੜੇ ਕਾਗਜ਼ ਨੂੰ ਅਸੀਂ ਕੂੜੇਦਾਨ 'ਚ ਸੁੱਟਦੇ ਹਾਂ ਤਾਂ ਕਿਹੜੇ ਕਾਗਜ਼ ਨੂੰ ਅਸੀਂ ਮੰਦਿਰ 'ਚ ਸਜਾਉਂਦੇ ਹਾਂ? ਜ਼ਰਾ ਸੋਚ ਕੇ ਦੇਖੋ ਕਿ ਮੰਦਿਰ ਵਿੱਚ ਅਸੀਂ ਕਿਹੜੀ ਚੀਜ਼ ਰੱਖਦੇ ਹਾਂ। ਮੰਦਿਰ ਵਿੱਚ ਜੋ ਅਸੀਂ ਪਵਿੱਤਰ ਗ੍ਰੰਥ ਰੱਖਦੇ ਹਾਂ, ਕੋਈ ਧਾਰਮਿਕ ਸ਼ਾਸਤਰ ਰੱਖਦੇ ਹਾਂ ਜਾਂ ਕੋਈ ਅੱਛੀ ਕਿਤਾਬ ਰੱਖਦੇ ਹਾਂ, ਤਾਂ ਉਹ ਕਿਤਾਬ ਵੀ ਕਾਗਜ਼ ਤੋਂ ਹੀ ਬਣੀ ਹੋਈ ਹੈ, ਪਰ ਉਹਨੂੰ ਅਸੀਂ ਮੰਦਿਰ 'ਚ ਕਿਉਂ ਰੱਖਦੇ ਹਾਂ? ਤੁਸੀਂ ਦੇਖਦੇ ਨਾ ਕਿ ਅਸੀਂ ਗੀਤਾ ਨੂੰ, ਕੁਰਾਨ ਨੂੰ, ਬਾਈਬਲ ਨੂੰ ਜਾਂ ਗੁਰੂਆਂ ਦੀ ਬਾਣੀ ਨੂੰ ਕਿੰਨੇ ਇੱਜ਼ਤ ਨਾਲ, ਅਦਾਬ ਨਾਲ ਅਸੀਂ ਸੰਭਾਲ ਕੇ ਰੱਖਦੇ ਹਾਂ, ਸਜਦੇ ਕਰਦੇ ਹਾਂ, ਮੱਥੇ ਟੇਕਦੇ ਉਹਨਾਂ ਨੂੰ। ਹੁਣ ਜ਼ਰਾ ਸਮਝਣਾ ਸਾਰਿਆਂ ਨੇ, ਕਿਉਂਕਿ ਜਿਸ ਕਾਗਜ਼ ਦੇ ਉੱਪਰ ਅੱਛਾ ਲਿਖਿਆ ਹੋਵੇ ਉਹਨੂੰ ਹਮੇਸ਼ਾ ਮਾਣ ਮਿਲਦਾ ਹੈ, ਸਨਮਾਨ ਮਿਲਦਾ ਹੈ, ਤਾਂ ਜਿਸ ਕਾਗਜ਼ ਉੱਪਰ ਬੁਰਾ ਲਿਖਿਆ ਹੋਵੇ ਉਹਨੂੰ ਬੰਦਾ ਕੀ ਕਰਦਾ ਹੈ? ਇਕੱਠਾ ਮੁੱਠਾ ਕਰਕੇ ਕੂੜੇਦਾਨ 'ਚ ਸੁੱਟ ਦਿੰਦਾ ਕਿ ਭਾਈ ਇਹ ਬੇਕਾਰ ਦੀ ਚੀਜ਼ ਹੈ, ਸੁੱਟੋ ਇਸ ਨੂੰ। ਹੁਣ ਇਸੇ ਤਰ੍ਹਾਂ ਤੁਸੀਂ ਵੀ ਸਮਝਣਾ ਹੈ ਕਿ ਜੇ ਸਾਡਾ ਜੀਵਨ ਵੀ ਕਾਗਜ਼ ਦੀ ਤਰ੍ਹਾਂ ਹੈ, ਤਾਂ ਜਿਨ੍ਹਾਂ ਨੇ ਆਪਣੇ ਜੀਵਨ 'ਚ ਅੱਛੀ ਕਰਨੀ ਦੇ ਲੇਖ ਲਿਖੇ ਹੋਏ ਹੈ, ਅੱਛੀ ਕਰਨੀ ਦੇ ਲੇਖ ਲਿਖੇ ਹੋਏ ਹੈ, ਅੱਛੀਆਂ ਆਦਤਾਂ ਨੂੰ ਆਪਣੇ ਜੀਵਨ ਦੇ ਕਾਗਜ਼ ਤੇ ਲਿਖਿਆ ਹੋਇਆ ਹੈ, ਅੱਛਾਈ ਦੇ ਨਾਲ ਆਪਣੇ ਜੀਵਨ ਨੂੰ ਭਰਪੂਰ ਕੀਤਾ ਹੋਇਆ, ਇਹਨਾਂ ਨੂੰ ਹਮੇਸ਼ਾ ਉੱਚੀ ਜਗ੍ਹਾ ਹੀ ਬਿਠਾਇਆ ਜਾਂਦਾ, ਉੱਚੀ ਜਗ੍ਹਾ ਹੀ ਰੱਖਿਆ ਜਾਂਦਾ ਹੈ। ਤਾਂ ਜਿਨ੍ਹਾਂ ਦੀ ਜ਼ੁਬਾਨ ਤੇ ਹਰ ਵੇਲੇ ਗਾਲੀ ਗਲੋਚ ਹੋਵੇ, ਅੰਦਰ ਨਿੰਦਿਆ ਚੁਗਲੀ ਹੋਵੇ, ਨਫ਼ਰਤ ਹੋਵੇ, ਜਿਨ੍ਹਾਂ ਦੇ ਜੀਵਨ 'ਚ ਬੁਰਾਈ ਹੋਵੇ, ਤਾਂ ਫਿਰ ਇਹਦਾ ਮਤਲਬ ਇਹ ਜੀਵਨ ਦੇ ਕਾਗਜ਼ ਤੇ ਬੁਰਾ ਲਿਖਿਆ ਹੋਇਆ, ਤਾਂ ਬੁਰਾ ਕਾਗਜ਼ ਹਮੇਸ਼ਾ ਕੂੜੇਦਾਨ 'ਚ ਹੀ ਜਾਂਦਾ, ਉਹ ਕਦੀ ਇੱਜ਼ਤ ਨਹੀਂ ਪਾਉਂਦਾ, ਮਾਨ ਸਨਮਾਨ ਨਹੀਂ ਪਾਉਂਦਾ। ਬੋਲੋ ਜਵਾਬ ਦੇ, ਇਦਾਂ ਹੁੰਦੀ ਹੈ ਕਿ ਨਹੀਂ? ਹੁਣ ਕੋਈ ਤੁਹਾਨੂੰ ਇੱਕ ਕਾਗਜ਼ ਤੇ ਗਾਲੀ ਲਿਖ ਕੇ ਦੇ ਦੇਵੇ ਤਾਂ ਤੁਸੀਂ ਉਹਨੂੰ ਸੰਭਾਲ ਕੇ ਰੱਖਣਾ ਹੈ। ਜਿਹੜਾ ਕਿਸੇ ਨੇ ਗੰਦੀ ਗਾਲ ਲਿਖੀ ਹੋਈ ਹੈ, ਪਾੜੋ ਭਾਈ, ਇਹ ਸਾਡੇ ਕੰਮ ਦਾ ਹੀ ਨਹੀਂ ਹੈ। ਤਾਂ ਉਸੇ ਕਾਗਜ਼ ਤੇ ਕੋਈ ਰੱਬ ਦਾ ਨਾਮ ਲਿਖ ਕੇ ਦੇ ਦੇਵੇ, ਤੁਸੀਂ ਉਹਨੂੰ ਪੈਰਾਂ 'ਚ ਨਹੀਂ ਸੁੱਟੋਗੇ, ਠੀਕ ਹੈ ਨਾ? ਰੱਬ ਦਾ ਨਾਮ ਲਿਖਿਆ ਭਾਈ, ਇਹਨੂੰ ਸੰਭਾਲ ਕੇ ਰੱਖ ਲਓ, ਚਾਹੇ ਕਿਤਾਬ ਦੇ ਅੰਦਰ ਰੱਖ ਲਓ, ਚਾਹੇ ਇਹਨੂੰ ਕਿਤੇ ਅੱਛੀ ਜਗ੍ਹਾ ਰੱਖ ਦਿਓ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਮੌਲਾਨਾ ਰੂਮੀ ਕਹਿੰਦੇ ਆ ਨਾ, ਕਿ ਮੌਲਾਨਾ ਰੂਮੀ, ਇੱਕ ਦਿਨ ਉਹਨਾਂ ਦਾ ਇੱਕ ਪਿਆਰਾ ਕੋਲ ਆਇਆ, ਤਾਂ ਮੌਲਾਨਾ ਰੂਮੀ ਨੇ ਉਹਨੂੰ ਬੁਲਾਇਆ ਔਰ ਸਿਰ ਤੇ ਹੱਥ ਰੱਖਿਆ ਔਰ ਬੜੀ ਖੁਸ਼ੀ ਨਾਲ ਉਹਦੇ ਪਿਆਰ ਦਿੱਤਾ ਉਸ ਨੂੰ। ਤਾਂ ਉਹਨੇ ਕਿਹਾ ਕਿ ਐ ਮੇਰੇ ਮੁਰਸ਼ਿਦ, ਅੱਜ ਇੰਨੀ ਇਨਾਇਤ, ਬੜੇ ਖੁਸ਼ ਹੋ ਤੁਸੀਂ, ਮੇਰੇ ਸਿਰ ਤੇ ਹੱਥ ਰੱਖਿਆ, ਮੈਂ ਪੁੱਛ ਸਕਦਾ ਅੱਜ ਇੰਨੀ ਇਨਾਇਤ, ਇੰਨੀ ਕਿਰਪਾ ਕਿਉਂ? ਤਾਂ ਉਸ ਲਈ ਮੌਲਾਨਾ ਰੂਮੀ ਕਹਿੰਦੇ, ਅੱਜ ਖੁਦਾ ਤੇ ਤੋਂ ਬਹੁਤ ਖੁਸ਼ ਹੈ, ਇਸ ਲਈ ਮੈਂ ਤੈਨੂੰ ਪਿਆਰ ਦੇ ਰਿਹਾ ਹਾਂ। ਉਹ ਕਹਿੰਦਾ ਜੀ ਖੁਦਾ ਖੁਸ਼ ਹੈ ਮਤਲਬ? ਉਹ ਕਹਿੰਦੇ ਮਤਲਬ ਕੱਲ ਸ਼ਾਮੀ ਜਦੋਂ ਤੂੰ ਘਰ ਨੂੰ ਜਾ ਰਿਹਾ ਸੀ, ਤੈਨੂੰ ਜ਼ਮੀਨ ਤੇ ਇੱਕ ਕਾਗਜ਼ ਮਿਲਿਆ ਜਿੱਤੇ ਬਿਸਮਿਲ੍ਲਾ ਰਹਿਮਾਨ ਰਹੀਮ ਲਿਖਿਆ ਸੀ, ਰੱਬ ਦਾ ਨਾਮ ਲਿਖਿਆ ਸੀ, ਔਰ ਤੂੰ ਦੇਖਿਆ ਕਿ ਰੱਬ ਦਾ ਨਾਮ ਕਾਗਜ਼ ਤੇ ਲਿਖਿਆ ਹੈ, ਔਰ ਤੂੰ ਉਹਨੂੰ ਜ਼ਮੀਨ ਤੋਂ ਉਠਾ ਕੇ ਆਪਣੇ, ਜਿੱਦਾਂ ਕਹਿੰਦੇ ਨਾ ਆ ਜੇਬ ਹੁੰਦੀ ਹੈ, ਦੇਖਦੇ ਨਾ ਦਿਲ ਦੇ ਕੋਲ, ਆਪਣੇ ਦਿਲ ਦੇ ਕੋਲ ਰੱਖ ਲਿਆ, ਔਰ ਘਰ ਜਾ ਕੇ ਤੂੰ ਉਹਨੂੰ ਪਵਿੱਤਰ ਕੁਰਾਨ ਦੇ ਵਿੱਚ ਸਾਫ਼ ਕਰਕੇ ਰੱਖ ਦਿੱਤਾ। ਤਾਂ ਰਾਤੀ ਬੰਦਗੀ ਤੇ ਬੈਠੇ ਤਾਂ ਖੁਦਾ ਨੇ ਕਿਹਾ ਕਿ ਤੇਰੇ ਉਸ ਪਿਆਰੇ ਤੋਂ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਨਾਮ ਜ਼ਮੀਨ ਤੇ ਪਿਆ ਸੀ, ਉਹਨਾਂ ਮੇਰੇ ਨਾਮ ਨੂੰ ਜ਼ਮੀਨ ਤੋਂ ਉਠਾ ਕੇ ਉੱਚੀ ਜਗ੍ਹਾ ਕਰ ਦਿੱਤਾ, ਇੱਧਰ ਅਰਸ਼ ਤੇ ਮੈਂ ਉਹਦਾ ਨਾਮ ਥੱਲਿਓਂ ਉੱਚਾ ਕਰ ਦਿੱਤਾ। ਸਮਝਦੇ ਹੋ ਕਿ ਨਹੀਂ? ਕਿ ਉਹਦਾ ਨਾਮ ਮੇਰੇ ਪਿਆਰਿਆਂ 'ਚ ਹੋ ਗਿਆ, ਕਿਉਂਕਿ ਉਹਨਾਂ ਮੇਰੇ ਨਾਮ ਦੀ ਕਦਰ ਕੀਤੀ, ਇੱਜ਼ਤ ਕੀਤੀ, ਤਾਂ ਮੈਂ ਉਹਦੇ ਨਾਮ ਨੂੰ ਵਧਾ ਦਿੱਤਾ। ਔਰ ਦੇਖੋ ਜਦੋਂ ਮੁਰਸ਼ਿਦ ਦਾ ਪਿਆਰ ਮਿਲ ਗਿਆ ਤਾਂ ਇੱਜ਼ਤ ਤਾਂ ਆਪਣੇ ਆਪ ਹੀ ਬਣ ਜਾਂਦੀ ਹੈ, ਇਸ ਲਈ ਤੈਨੂੰ ਇਹ ਪਿਆਰ ਮਿਲ ਰਿਹਾ ਹੈ। ਸੋ ਇਹ ਛੋਟੀਆਂ ਕੁਝ ਫਕੀਰਾਂ ਦੇ ਜੀਵਨ ਦੀਆਂ ਕਹਾਣੀਆਂ ਕਹਿ ਲਓ, ਕਿੱਸੇ ਕਹਿ ਲਓ, ਜੇ ਸੱਚੇ ਉਹ ਵਾਕਿਆ ਹੁੰਦੇ ਹੈ ਕਿ ਜਿਨ੍ਹਾਂ ਤੋਂ ਅਸੀਂ ਸਮਝ ਲੈ ਕੇ ਆਪਣੇ ਜੀਵਨ ਨੂੰ ਵੀ ਬਦਲ ਸਕਦੇ ਹਾਂ। ਕਿ ਇੱਕ ਛੋਟਾ ਜਿਹਾ ਕਾਗਜ਼ ਜਿਸ ਤੇ ਰੱਬ ਦਾ ਨਾਮ ਲਿਖਿਆ ਹੋਵੇ, ਅਗਰ ਉਹਦਾ ਅਸੀਂ ਸਤਿਕਾਰ ਕਰਦੇ ਤਾਂ ਅਸੀਂ ਕਾਗਜ਼ ਦਾ ਨਹੀਂ, ਆਪਣੇ ਰੱਬ ਦਾ ਸਤਿਕਾਰ ਕਰ ਰਹੇ ਹਾਂ। ਉਹਦਾ ਬਦਲਾ ਵੀ ਕਿਤੇ ਨਾ ਕਿਤੇ ਬੰਦੇ ਨੂੰ ਮਿਲ ਕੇ ਰਹਿੰਦਾ ਹੈ। ਹੁਣ ਤੁਸੀਂ ਸੋਚੋ ਕਿ ਕਾਗਜ਼ ਨੂੰ ਅਗਰ ਇੰਨਾ ਸਤਿਕਾਰ ਮਿਲ ਜਾਂਦਾ ਜਿੱਤੇ ਰੱਬ ਦਾ ਨਾਮ ਲਿਖਿਆ ਹੋਵੇ, ਤਾਂ ਜੇ ਅਸੀਂ ਆਪਣੇ ਜੀਵਨ ਤੇ ਹੀ, ਆਪਣੇ ਹਿਰਦੇ 'ਚ ਹੀ ਆਪਣੇ ਰੱਬ ਦਾ ਨਾਮ ਲਿਖ ਲਈਏ, ਉਹਦਾ ਪਿਆਰ, ਉਹਦੀ ਮੁਹੱਬਤ, ਉਹਦਾ ਵਿਸ਼ਵਾਸ ਆਪਣੇ ਅੰਦਰ ਵਸਾ ਲਈਏ, ਤਾਂ ਫਿਰ ਸਾਨੂੰ ਕਿਹੜਾ ਰੁਤਬਾ ਮਿਲੇਗਾ? ਜਰਾ ਆਪ ਸੋਚ ਕੇ ਦੇਖੀਏ। ਇਸ ਲਈ ਇਹ ਯਾਦ ਰੱਖੋ ਕਿ ਤੁਹਾਡੀ ਕਰਨੀ ਨਾ ਉਹ ਲਿਖਾਵਟ ਹੈ, ਜਿੱਦਾਂ ਕਹਿੰਦੇ ਨਾ ਕਾਲੇ ਲਿਖਣਾ ਲੇਖ, ਕਿ ਜਦੋਂ ਅਸੀਂ ਕਿਸੇ ਨਾਲ ਬੁਰਾ ਬੋਲਦੇ ਹਾਂ, ਬੁਰਾ ਕਰਦੇ ਹਾਂ, ਤੇ ਅਸੀਂ ਆਪਣੇ ਜੀਵਨ ਤੇ ਕਿਹੜੇ ਲੇਖ ਲਿਖ ਰਹੇ ਹਾਂ? ਕਾਲੇ ਲੇਖ ਲਿਖ ਰਹੇ ਹਾਂ। ਔਰ ਜੇ ਕਾਲੇ ਲੇਖ ਲਿਖਦੇ ਹਾਂ ਤਾਂ ਫਿਰ ਅਸੀਂ ਪਿਆਰ ਪਾਣਾ ਚਾਹੁੰਦੇ ਹਾਂ, ਮਾਣ ਪਾਣਾ ਚਾਹੁੰਦੇ ਹਾਂ, ਸਨਮਾਨ ਪਾਣਾ ਚਾਹੁੰਦੇ, ਇੱਜ਼ਤ ਪਾਣੀ ਚਾਹੁੰਦੇ ਹਾਂ, ਤਾਂ ਕਦੀ ਸਾਨੂੰ ਮਿਲ ਸਕਦੀ ਹੈ? ਫਿਰ ਇਸ ਕਰਕੇ ਇੱਥੇ ਕਿਹਾ ਹੈ ਕਿ ਗੁਰੂ, ਫਕੀਰ, ਦਰਵੇਸ਼ ਉਹੀ ਹੈ ਜੋ ਸਾਡੇ ਅੰਦਰ ਦੀ ਸਫਾਈ ਕਰ ਦੇਵੇ। ਸਫਾਈ ਦਾ ਮਤਲਬ ਕਿ ਅੱਜ ਤੋਂ ਮੈਂ ਮਾੜਾ ਲੇਖ ਨਹੀਂ ਲਿਖਣਾ, ਅੱਜ ਤੋਂ ਮੈਂ ਕਾਲਾ ਲੇਖ ਨਹੀਂ ਲਿਖਣਾ, ਅੱਜ ਤੋਂ ਮੈਂ ਕੋਸ਼ਿਸ਼ ਕਰਨੀ ਹੈ ਕੁਝ ਅੱਛਾ ਕਰਨ ਦੀ, ਅੱਛਾ ਬਣਨ ਦੀ, ਅੱਛਾ ਕਰਨ ਦੀ। ਸੋ ਤੁਸੀਂ ਕਰੋਗੇ ਕਿ ਨਹੀਂ? ਕਿਉਂਕਿ ਇਹ ਗੱਲ ਫਿਰ ਕਹਿਣਾ ਚਾਹਾਂਗੇ ਅਸੀਂ ਕਿ ਇਨਸਾਨ ਸਤਸੰਗ ਜਾਂ ਗਿਆਨ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਸੁਣੀ ਜਾਵੇ, ਪਰ ਅਗਰ ਉਸ ਤੇ ਅਮਲ ਨਾ ਕਰੇ ਤਾਂ ਸਾਰਾ ਸੁਣਿਆ ਸੁਣਾਇਆ ਗਿਆਨ
ਉਹ ਬੇਕਾਰ ਹੀ ਚਲਾ ਜਾਂਦਾ ਹੈ ਫਿਰ। ਕਿਉਂਕਿ ਜੀਵਨ 'ਚ ਬਦਲਾਅ ਉਦੋਂ ਆਉਂਦਾ ਜਦੋਂ ਇਨਸਾਨ ਸੁਣ ਕੇ ਸਮਝ ਕੇ ਆਪਣੇ ਅੰਦਰ ਸੰਕਲਪ ਲੈਂਦਾ ਕਿ ਠੀਕ ਹੈ ਭਾਈ, ਅਗਰ ਮੈਂ ਇਹ ਲਾਭ ਲੈਣਾ ਹੈ ਤਾਂ ਮੈਨੂੰ ਵੀ ਆਪਣੇ ਜੀਵਨ 'ਚ ਬਦਲਾਅ ਲਿਆਣਾ ਹੀ ਪੈਣਾ ਹੈ। ਜੇ ਮੈਂ ਆਪਣੀ ਇੱਜ਼ਤ ਵਧਾਉਣੀ ਚਾਹੁੰਦਾ ਹਾਂ ਰੱਬ ਦੀਆਂ ਨਜ਼ਰਾਂ 'ਚ, ਸੰਸਾਰ ਦੀਆਂ ਨਜ਼ਰਾਂ 'ਚ, ਤਾਂ ਮੈਨੂੰ ਵੀ ਆਪਣੇ ਜੀਵਨ ਦੇ ਕਾਗਜ਼ ਤੇ ਬੁਰੀ ਲਿਖਾਈ ਨੂੰ ਮਿਟਾ ਕੇ ਕੁਝ ਅੱਛਾ ਲਿਖਣਾ ਪੈਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਅੱਛਾ ਲਿਖਣਾ ਪੈਣਾ ਹੈ। ਕਿਉਂਕਿ ਸਾਡੇ ਜਿਹੜਾ ਨਾ ਮਨ ਹੈ, ਇਹਨੂੰ ਕਿਹਾ ਜਾਂਦਾ ਹੈ ਕਿ ਇਹ ਸਮਝ ਲਓ ਕਿ ਇਹਦੀ ਦਿਸ਼ਾ ਠੀਕ ਹੋਣੀ ਬਹੁਤ ਹੀ ਜ਼ਰੂਰੀ ਹੈ। ਤਾਂ ਹੀ ਤਾਂ ਕਈ ਵਾਰ ਕਹਿੰਦੇ ਇਹ ਬੰਦੇ ਦੀ ਮਾਨਸਿਕ ਦਿਸ਼ਾ ਠੀਕ ਨਹੀਂ ਹੈ। ਜਿੱਦਾਂ ਇੱਥੇ ਇੱਕ ਬੜਾ ਪਿਆਰਾ ਕਿੱਸਾ ਯਾਦ ਆ ਗਿਆ ਕਿ ਇੱਕ ਵਾਰ ਕੁਝ ਦੋਸਤ ਗੱਡੀ 'ਚ ਬੈਠੇ ਸੜਕ ਤੇ ਜਾ ਰਹੇ ਸੀ। ਜਦੋਂ ਸੜਕ ਤੇ ਜਾ ਰਹੇ ਸੀ ਤੇ ਇੱਕ ਜਗ੍ਹਾ ਉਹਨਾਂ ਨੇ ਰਸਤੇ ਬਾਰੇ ਪੁੱਛਣਾ ਸੀ ਤੇ ਇੱਕ ਫਕੀਰ ਸੜਕ ਤੇ ਖੜੇ ਸੀ ਕਿਨਾਰੇ ਤੇ। ਉਹਨਾਂ ਨੇ ਗੱਡੀ ਰੋਕੀ, ਪੁੱਛਿਆ ਕਿ ਮਹਾਰਾਜ ਇਹ ਸੜਕ ਕਿੱਧਰ ਨੂੰ ਜਾਂਦੀ ਹੈ? ਇਹ ਸੜਕ ਕਿੱਧਰ ਨੂੰ ਜਾਂਦੀ ਹੈ? ਤਾਂ ਉਸ ਲਈ ਫਕੀਰਾਂ ਨੇ ਕਿਹਾ ਕਿ ਦੁਨੀਆ ਦੀ ਐਸੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਸੜਕ ਨਾ ਜਾਂਦੀ ਹੋਵੇ। ਦੁਨੀਆ ਦੀ ਐਸੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਸੜਕ ਨਾ ਜਾਂਦੀ ਹੋਵੇ। ਇਹ ਸੜਕ ਤੁਹਾਨੂੰ ਹਰ ਜਗ੍ਹਾ ਲੈ ਕੇ ਜਾ ਸਕਦੀ ਹੈ। ਬਸ ਤੁਹਾਡੀ ਦਿਸ਼ਾ ਸਹੀ ਹੋਣੀ ਚਾਹੀਦੀ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਜਾਣਾ ਕਿੱਥੇ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਫਿਰ ਫਕੀਰਾਂ ਨੇ ਦੂਜੀ ਗੱਲ ਕਹੀ, ਕਹਿੰਦੇ ਜੇ ਦਿਸ਼ਾ ਵੀ ਸਹੀ ਹੋਵੇ, ਸੜਕ ਵੀ ਸਹੀ ਹੋਵੇ, ਫਿਰ ਵੀ ਇਨਸਾਨ ਕਦੀ ਪਹੁੰਚ ਨਹੀਂ ਸਕਦਾ ਜੇ ਚੱਲੇ ਹੀ ਨਾ, ਜੇ ਬੈਠਾ ਹੀ ਰਵੇ। ਕਿਉਂਕਿ ਫਕੀਰਾਂ ਨੇ ਜਦ ਵੀ ਗੱਲ ਕਰਨੀ ਹੈ ਰਮਈ ਦੀ ਗੱਲ ਕਰਨੀ ਹੈ। ਤਾਂ ਉਹ ਨੌਜਵਾਨਾਂ ਨੇ ਕਮਾਲ ਦੀ ਗੱਲ ਹੈ, ਇਹੀ ਤਾਂ ਫਕੀਰਾਂ ਨੂੰ ਪੁੱਛਿਆ ਤਾਂ ਫਕੀਰ ਕਿਹੜੀਆਂ ਫਿਲਾਸਫੀ ਦੀਆਂ ਗੱਲਾਂ ਕਰਨ ਲੱਗ ਪਏ। ਫਕੀਰ ਕਿਹੜੀਆਂ ਫਿਲਾਸਫੀ ਦੀਆਂ ਗੱਲਾਂ ਕਰਨ ਲੱਗੇ ਕਿ ਇਹ ਸੜਕ ਤੁਹਾਨੂੰ ਦੁਨੀਆ 'ਚ ਕਿਤੇ ਵੀ ਲੈ ਕੇ ਜਾ ਸਕਦੀ ਹੈ। ਤਾਂ ਉਹਨਾਂ ਨੇ ਕਿਹਾ ਮਹਾਰਾਜ ਅਸੀਂ ਤੁਹਾਨੂੰ ਰਸਤੇ ਬਾਰੇ ਪੁੱਛ ਰਹੇ ਹਾਂ। ਫਕੀਰ ਕਹਿੰਦੇ ਅਸੀਂ ਵੀ ਤਾਂ ਰਸਤੇ ਬਾਰੇ ਦੱਸ ਰਹੇ ਹਾਂ। ਬੋਲੋ ਸਮਝਦੇ ਹੋ ਕਿ ਨਹੀਂ? ਪਹਿਲਾਂ ਤੁਹਾਨੂੰ ਪਤਾ ਹੈ ਤੁਸੀਂ ਜਾਣਾ ਕਿੱਥੇ ਹੈ। ਫਿਰ ਉਹਨਾਂ ਨੇ ਜਗ੍ਹਾ ਦਾ ਨਾਮ ਦੱਸਿਆ ਤਾਂ ਫਕੀਰਾਂ ਨੇ ਕਿਹਾ ਹਾਂ ਚਲੇ ਜਾਓ, ਇਹ ਰਸਤਾ ਤੁਹਾਨੂੰ ਉੱਥੇ ਤੱਕ ਵੀ ਲੈ ਜਾਏਗਾ। ਕਿਉਂਕਿ ਅਸੀਂ ਤਾਂ ਦੱਸਿਆ ਇਹ ਰਸਤਾ ਤੁਹਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੱਕ ਲੈ ਕੇ ਜਾ ਸਕਦਾ, ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਹੁਣ ਨੌਜਵਾਨ ਤਾਂ ਚਲੇ ਗਏ, ਪਰ ਜਦੋਂ ਫਕੀਰਾਂ ਦੀ ਘਟਨਾ ਬਾਰੇ ਅਸੀਂ ਸੁਣਿਆ ਤਾਂ ਸਾਨੂੰ ਹੋਇਆ ਕਿ ਜੋ ਫਕੀਰ ਸਮਝਾਉਣਾ ਚਾਹੁੰਦੇ ਸੀ ਉਹ ਨੌਜਵਾਨ ਸ਼ਾਇਦ ਸਮਝ ਨਹੀਂ ਪਾਏ। ਸੜਕ ਦਾ ਮਤਲਬ ਹੈ ਸਾਡੀ ਜ਼ਿੰਦਗੀ। ਸਮਝਦੇ ਹੋ ਕਿ ਨਹੀਂ? ਹੁਣ ਜੇ ਬੰਦਾ ਪੁੱਛਦਾ ਸੜਕ ਮੈਨੂੰ ਕਿੱਥੇ ਲੈ ਕੇ ਜਾ ਸਕਦੀ ਹੈ, ਤੇ ਇੱਥੇ ਸੜਕ ਨੂੰ ਕਟਾ ਦਿਓ, ਯਾਨੀ ਸੜਕ ਲਫ਼ਜ਼ ਨੂੰ ਕੱਟ ਦਿਓ, ਆਪਣੀ ਜ਼ਿੰਦਗੀ ਨੂੰ ਜੋੜ ਦਿਓ ਕਿ ਜ਼ਿੰਦਗੀ ਮੈਨੂੰ ਕਿੱਥੇ ਲੈ ਕੇ ਜਾ ਸਕਦੀ ਹੈ। ਤਾਂ ਫਿਰ ਫਕੀਰ ਨੇ ਕਿਹਾ ਰਸਤਾ ਤੇ ਤੁਹਾਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ ਲੈ ਕੇ ਜਾ ਸਕਦਾ। ਹੁਣ ਇਹ ਰਸਤੇ ਨੂੰ ਹਟਾ ਕੇ ਤੇ ਜ਼ਿੰਦਗੀ ਨੂੰ ਜੋੜ ਦਿਓ ਕਿ ਜ਼ਿੰਦਗੀ ਮੈਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ ਲੈ ਕੇ ਜਾ ਸਕਦੀ ਹੈ, ਬਸ ਮੇਰੀ ਦਿਸ਼ਾ ਸਹੀ ਹੋਣੀ ਚਾਹੀਦੀ ਹੈ। ਦਿਸ਼ਾ ਦਾ ਮਤਲਬ ਮਾਨਸਿਕ ਦਿਸ਼ਾ। ਔਰ ਦੂਜੀ ਗੱਲ ਜੋ ਫਕੀਰਾਂ ਨੇ ਕਹੀ ਕਿ ਦਿਸ਼ਾ ਵੀ ਸਹੀ ਹੋਵੇ, ਪਤਾ ਵੀ ਹੋਵੇ ਜਾਣਾ ਕਿੱਥੇ ਹੈ, ਪਰ ਇਨਸਾਨ ਚਲੇ ਹੀ ਨਾ, ਬੈਠਾ ਹੀ ਰਵੇ, ਤਾਂ ਵੀ ਕਦੀ ਉਹ ਪਹੁੰਚ ਨਹੀਂ ਸਕਦਾ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਅਸੀਂ ਹਮੇਸ਼ਾ ਕਹੀਦਾ ਹੈ ਕਿ ਪਹਿਲਾਂ ਪੁੱਛੋ ਮੈਂ ਜਾਣਾ ਕਿੱਥੇ ਚਾਹੁੰਦਾ ਹਾਂ, ਮੈਂ ਹਾਸਿਲ ਕੀ ਕਰਨਾ ਚਾਹੁੰਦਾ ਹਾਂ। ਬਹੁਤ ਇਨਸਾਨ ਤਾਂ ਐਸੇ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਮੇਰੀ ਮੰਜ਼ਿਲ ਕਿਹੜੀ ਹੈ, ਮੈਂ ਜਾਣਾ ਕਿੱਥੇ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਪੁੱਛ ਕੇ ਦੇਖੋ ਆਪਣੇ ਆਪ ਨੂੰ, ਕੋਈ ਹੈ ਟਾਰਗੇਟ ਸੈੱਟ ਸਾਡਾ? ਤਾਂ ਕਹਿੰਦੇ ਜੇ ਲਕਸ਼ ਹੀ ਨਾ ਹੋਵੇ, ਜਿੱਦਾਂ ਕਿਹਾ ਜਾਂਦਾ ਨਾ ਕਿ ਅਰਜੁਨ ਬਹੁਤ ਬੜਾ ਤੀਰ ਅੰਦਾਜ਼ ਸੀ। ਅਰਜੁਨ ਬਹੁਤ ਬੜਾ ਤੀਰ ਅੰਦਾਜ਼ ਸੀ, ਜਿਹਨਾਂ ਪਾਣੀ 'ਚ ਦੇਖ ਕੇ ਉੱਪਰ ਮੱਛੀ ਘੁੰਮ ਰਹੀ ਸੀ। ਕਹਿੰਦਾ ਦ੍ਰੋਪਦੀ ਸਵੈੰਬਰ ਦੇ ਵੇਲੇ ਪਾਣੀ 'ਚ ਦੇਖ ਕੇ, ਜਾਂ ਕਈ ਕਹਿੰਦੇ ਪਾਣੀ ਸੀ, ਕੋਈ ਕਹਿੰਦਾ ਤੇਲ ਦੀ ਕੜਾਈ ਸੀ, ਪਰ ਜੋ ਵੀ ਸੀ ਉਹਨੇ ਤੇਲ 'ਚ ਦੇਖ ਕੇ ਜਾਂ ਪਾਣੀ 'ਚ ਦੇਖ ਕੇ ਮੱਛੀ ਦੀ ਅੱਖ ਨੂੰ ਬਿੰਨ ਦਿੱਤਾ ਸੀ, ਯਾਨੀ ਉਹ ਨਿਸ਼ਾਨਾ ਮਾਰ ਦਿੱਤਾ ਸੀ ਜਿਹੜੀ ਉੱਪਰ ਘੁੰਮ ਰਹੀ ਸੀ। ਇੱਦਾਂ ਇੰਨਾ ਤਕੜਾ ਤੀਰ ਅੰਦਾਜ਼ ਸੀ। ਪਰ ਹੁਣ ਜ਼ਰਾ ਸੋਚੋ ਕਿ ਅਰਜੁਨ ਨੇ ਤੇਲ ਦੀ ਕੜਾਈ ਵਿੱਚ ਦੇਖ ਕੇ ਉਹ ਮੱਛੀ ਦੀ ਅੱਖ ਦੇ ਨਿਸ਼ਾਨਾ ਲਗਾ ਦਿੱਤਾ। ਕਿਉਂ ਲਗਾਇਆ? ਕਿਉਂਕਿ ਉਹਨੂੰ ਨਜ਼ਰ ਆ ਰਹੀ ਸੀ, ਬੇਸ਼ੱਕ ਘੁੰਮ ਰਹੀ ਸੀ ਪਰ ਉਹਨੂੰ ਲਕਸ਼ ਨਜ਼ਰ ਆ ਰਿਹਾ ਸੀ। ਪਰ ਹੁਣ ਜੇ ਅਰਜੁਨ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਹਨੂੰ ਦੋ ਤਿੰਨ ਦੇ ਚੱਕਰ ਗੋਲ ਗੋਲ ਘੁਮਾ ਕੇ ਫਿਰ ਕੋ ਲੈ ਵੀ ਤੀਰ ਅੰਦਾਜ਼ਾ ਹੁਣ ਲਾ ਆਪਣਾ ਨਿਸ਼ਾਨਾ ਲਕਸ਼ ਤੇ, ਤਾਂ ਅਰਜੁਨ ਲਾ ਦਊਗਾ। ਅਰਜੁਨ ਜਿੰਨਾ ਮਰਜੀ ਮਹਾਨ ਤੀਰ ਅੰਦਾਜ਼ ਹੈ, ਪਰ ਜਦ ਤੱਕ ਲਕਸ਼ ਨਜ਼ਰ ਹੀ ਨਹੀਂ ਆਏਗਾ ਉਦੋਂ ਤੱਕ ਉਹ ਕਦੀ ਉਹਨੂੰ ਭੇਦ, ਔਖੇ ਤੋਂ ਔਖਾ ਲਕਸ਼ ਵੀ ਭੇਦਿਆ ਜਾ ਸਕਦਾ। ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਭੇਦਣਾ ਕੀ ਹੈ। ਮੈਂ ਨਹੀਂ ਤਾਂ ਕਈ ਨੱਥੂ ਲਾਲ ਵਰਗੇ ਵੀ ਹੁੰਦੇ ਆ। ਬੋਲੋ ਸਮਝਦੇ ਹੋ ਕਿ ਨਹੀਂ? ਕਈ ਨੱਥੂ ਲਾਲ ਵਰਗੇ ਵੀ ਹੁੰਦੇ ਆ। ਕਹਿੰਦੇ ਨੱਥੂ ਲਾਲ ਨੂੰ ਵੀ ਤੀਰ ਚਲਾਉਣ ਦਾ ਸ਼ੌਕ ਬਣਿਆ।
ਤਾਂ ਉਹਨੇ ਵੀ ਤੀਰ ਚਲਾਉਣਾ ਸਿੱਖਣ ਵਾਸਤੇ ਨਾ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ। ਜੰਗਲ 'ਚ ਚਲਾ ਜਾਂਦਾ ਔਰ ਪ੍ਰੈਕਟਿਸ ਕਰਦਾ। ਇੱਕ ਦਿਨ ਨੂੰ ਜੰਗਲ 'ਚ ਹੀ ਇੱਕ ਤੀਰ ਅੰਦਾਜ਼ ਲੰਘਿਆ। ਉਹ ਤੀਰ ਅੰਦਾਜ਼ ਨੇ ਜਦੋਂ ਦੇਖਿਆ ਕਿ ਜਿੰਨੇ ਤੀਰ ਲੱਗੇ ਆ ਸਾਰੇ ਨਿਸ਼ਾਨੇ ਤੇ ਲੱਗੇ ਹੋਏ ਆ, ਇੱਕ ਵੀ ਤੀਰ ਇਦਾਂ ਦਾ ਨਹੀਂ ਹੈ ਜਿਹੜਾ ਨਿਸ਼ਾਨੇ ਤੋਂ ਬਾਹਰ ਹੋਵੇ। ਉਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਸੋਚਦਾ ਸੀ ਮੈਂ ਹੀ ਨਿਸ਼ਾਨੇਬਾਜ਼ ਆ, ਇੱਥੇ ਇਦਾਂ ਦਾ ਕਿਹੜਾ ਨਿਸ਼ਾਨੇਬਾਜ਼ ਹੈ ਜਿਹਦਾ ਨਿਸ਼ਾਨਾ ਇੰਨਾ ਪੱਕਾ। ਪੁੱਛਿਆ ਭਾਈ ਇਹ ਤੀਰ ਕਿਹਨੇ ਚਲਾਏ ਹੈ? ਉਹ ਕਹਿੰਦੇ ਨੱਥੂ ਲਾਲ ਰਹਿੰਦਾ ਇੱਥੇ, ਇਹ ਤੀਰ ਉਹਨਾਂ ਚਲਾਏ ਹੈ। ਕਹਿੰਦੇ ਉਹ ਤੀਰ ਅੰਦਾਜ਼ ਜਿਹਨੂੰ ਤੀਰਾਂ ਦਾ ਬੜਾ ਗਿਆਨ ਸੀ ਪਹੁੰਚ ਗਿਆ ਨੱਥੂ ਲਾਲ ਦੇ ਕੋਲ। ਦੇਖਿਆ ਧਨੁਸ਼ ਬਾਣ ਪਿਆ ਹੈ ਤਾਂ ਨੱਥੂ ਲਾਲ ਬੈਠਾ ਹੋਇਆ ਹੈ। ਇਹ ਤੀਰ ਅੰਦਾਜ਼ ਨੇ ਹੱਥ ਜੋੜੇ ਕਿ ਤੁਹਾਡੇ ਵਰਗਾ ਮਹਾਨ ਧਨੁਸ਼ਧਾਰੀ ਮੈਂ ਨਹੀਂ ਦੇਖਿਆ ਅਜੇ ਤੱਕ। ਤੀਰ ਚਲਾਣਾ ਮੈਂ ਵੀ ਜਾਣਦਾ ਹਾਂ, ਨਿਸ਼ਾਨੇਬਾਜ਼ ਮੈਂ ਵੀ ਹੈ, ਪਰ ਮਹਾਰਾਜ ਤੁਹਾਡੀ ਤਾਂ ਕਲਾ ਹੀ ਬੜੀ ਹੈ। ਮੈਂ ਜਿੱਥੋਂ ਦੀ ਗੁਜ਼ਰ ਕੇ ਆਇਆ ਜਿੰਨੇ ਪੇੜਾਂ ਤੇ ਤੀਰ ਲੱਗੇ ਆ ਸਾਰੇ ਨਿਸ਼ਾਨੇ ਤੇ ਲੱਗੇ ਆ, ਇੱਕ ਵੀ ਦਾएं ਬਾएं ਨਹੀਂ ਹੈ। ਕਮਾਲ ਦੀ ਗੱਲ, ਇੰਨਾ ਪੱਕਾ ਨਿਸ਼ਾਨਾ। ਸੋ ਮੇਰੀ ਇੱਛਾ ਹੈ ਇੱਕ ਵਾਰ ਤੁਸੀਂ ਆਪਣਾ ਨਾ ਇਹ ਹੁਨਰ ਮੈਨੂੰ ਦਿਖਾਓ। ਨੱਥੂ ਲਾਲ ਕਹਿੰਦਾ ਚੱਲ ਦਿਖਾ ਦਿੰਦੇ ਆ। ਫਿਰ ਕਹਿੰਦੇ ਨੱਥੂ ਲਾਲ ਨੇ ਤੀਰ ਚੱਕਿਆ, ਨਾਲ ਕਮਾਨ ਚੱਕੇ, ਤੀਰ ਚੱਕੇ ਔਰ ਇੱਕ ਪੇੜ ਦੇ ਕੋਲ ਪਹੁੰਚ ਗਿਆ। ਤਾਂ ਉਹ ਜਿਹੜਾ ਨਿਸ਼ਾਨੇਬਾਜ਼ ਸੀ ਉਹਨਾਂ ਕਿਹਾ ਮਹਾਰਾਜ ਦੱਸੋ ਤੁਹਾਡਾ ਨਿਸ਼ਾਨਾ ਇੰਨਾ ਪੱਕਾ ਕਿੱਦਾਂ ਹੈ ਕਿ ਕੋਈ ਵੀ ਤੀਰ ਨਿਸ਼ਾਨੇ ਤੋਂ ਬਾਹਰ ਨਹੀਂ ਹੈ। ਨੱਥੂ ਲਾਲ ਕਹਿੰਦਾ ਲੈ ਇਹ ਵੀ ਕਲਾ ਹੈ, ਹੁਣੇ ਦੱਸ ਦਿੰਦੇ ਆ, ਹੁਣੇ ਦੱਸ ਦਿੰਦੇ ਆ। ਕਹਿ ਕੇ ਨੱਥੂ ਲਾਲ ਨੇ ਇੱਕ ਤੀਰ ਮਾਰਿਆ, ਤੀਰ ਛੱਡਿਆ ਸਾਹਮਣੇ ਪੇੜ ਤੇ, ਪਰ ਪੇੜ ਤੇ ਲੱਗਾ ਨਹੀਂ, ਸਾਈਡ ਤੋਂ ਨਿਕਲ ਗਿਆ। ਉਹ ਕਹਿੰਦਾ ਮਾਰੇ ਚੂਕੇ। ਉਹ ਕਹਿੰਦਾ ਠਹਿਰ ਤਾਂ ਸੀ, ਠਹਿਰ। ਉਹ ਕਹਿੰਦਾ ਤੁਹਾਡੇ ਇੰਨੇ ਪੱਕੇ ਨਿਸ਼ਾਨੇ, ਜਿੱਥੇ ਵੀ ਗੋਲ ਚੱਕਰ ਆ ਸਾਰੇ ਵਿੱਚ ਨਿਸ਼ਾਨੇ ਲੱਗੇ ਹੋਏ ਆ, ਜਿੰਨੇ ਵੀ ਗੋਲ ਚੱਕਰ ਬਣੇ ਹੋਏ ਆ, ਆ ਕਿੱਦਾਂ ਚੂਕ ਗਏ? ਉਹ ਨੱਥੂ ਲਾਲ ਕਹਿੰਦਾ ਠਹਿਰ ਤਾਂ ਸਹੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।